ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੋਰਠ ਮਹੱਲਾ ਚੌਥਾ। ਦੋ ਤੁਕੇ ਅਨਕ ਜਨਮ ਵਿਛੜੇ ਦੁਖ ਪਾਇਆ। ਮਨ ਮੁਖ ਕਰਮ ਕਰੈ ਅਹੰਕਾਰੀ। ਸਾਧੂ ਪਰਸਤ ਹੀ ਪ੍ਰਭ ਪਾਇਆ। ਗੋਬਿੰਦ ਸ਼ਰਨ ਤੁਮਾਰੀ। ਗੋਬਿੰਦ ਪ੍ਰੀਤ ਲਗੀ ਅਤ ਪਿਆਰੀ। ਜਬ ਸਤ ਸੰਗ ਭੈ ਸਾਧੂ ਜਨ। ਹਿਰਦੈ ਮਿਲਿਆ ਸ਼ਾਂਤ ਮੁਰਾਰੀ ਰਹਾ। ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ। ਤੇਰਾ ਭਾਉ ਨਾ ਬੁਝੈ ਗਵਾਰੀ। ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ। ਗੁਣ ਗਾਵੈ ਗੁਣ ਵਿਚਾਰੀ। ਗੁਰਮੁਖ ਪਰਗਾਸ ਭਇਆ ਸ਼ਾਂਤੀ ਆਈ। ਦੁਰਮਤ ਬੁੱਧ ਨਿਵਾਰੀ। ਆਤਮ ਬ੍ਰਹਮ ਚੀਨ ਸੁਖ ਪਾਇਆ। ਸਤ ਸੰਗਤ ਪੁਰਖ ਤੁਮਾਰੀ। ਪੁਰਖ ਮਿਲਿਆ ਗੁਰ ਪਾਇਆ। ਜਿਨ ਕੋ ਕਿਰਪਾ ਭਈ ਤੁਮਾਰੀ। ਨਾਨਕ ਅਤੁਲ ਸਹਿਜ ਸੁਖ ਪਾਇਆ। ਅਨ ਦਿਨ ਜਾਗਤ ਰਹੇ ਬਨਵਾਰੀ। ਨਾਨਕ ਅਤੁਲ ਸਹਿਜ ਸੁਖ ਪਾਇਆ। ਅਨ ਦਿਨ ਜਾਗਤ ਰਹੇ ਬਨਵਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰੂ ਜੀ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਉਪਰੰਤ ਚੱਲ ਰਹੀ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਜੋ ਕਿ ਹਰ ਰੋਜ਼ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਮਹਾਰਾਜ ਜੀ ਨੇ ਇਹ ਵਡਭਾਗਾ ਸਮਾਂ ਬਖਸ਼ਿਆ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 607 ਅੰਕ ਤੇ ਸੁਸ਼ੋਭਿਤ ਹੈ। ਸੋਰਠ ਮਹੱਲਾ ਚੌਥਾ ਦੁਤਕੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰ ਰਹੇ ਨੇ। ਅਨਕ ਜਨਮ ਵਿਛੜੇ ਦੁੱਖ ਪਾਇਆ। ਕਿਉਂਕਿ ਮਿਲਾਪ ਦੇ ਵਿੱਚ ਸੁੱਖ ਹੁੰਦਾ ਹੈ, ਵਿਛੋੜੇ ਦੇ ਵਿੱਚ ਦੁੱਖ ਹੁੰਦਾ ਹੈ। ਚਾਹੇ ਸੰਸਾਰਕ ਪੱਧਰ 'ਤੇ ਦੇਖ ਲਵੋ, ਜਿਨ੍ਹਾਂ ਦੇ ਨਾਲ ਸਾਡਾ ਅਤੀ ਪਿਆਰ ਹੈ, ਜੇ ਵਿਛੋੜਾ ਹੋ ਜਾਵੇ ਬੰਦਾ ਕਿੰਨਾ ਦੁਖੀ ਹੁੰਦਾ ਹੈ। ਮਾਇਆ ਮਿਲਦੀ ਹੈ ਸੁਖੀ ਹੁੰਦਾ, ਮਾਇਆ ਤੋਂ ਵਿਛੋੜਾ ਹੁੰਦਾ ਦੁਖੀ ਹੁੰਦਾ ਹੈ। ਮਿਲਣ ਦੇ ਵਿੱਚ ਸੁੱਖ ਹੈ, ਵਿਛੜਨ ਦੇ ਵਿੱਚ ਦੁੱਖ ਹੈ। ਜਿਹੜਾ ਨਿਰੰਕਾਰ ਦੇ ਨਾਲੋਂ ਸਾਡਾ ਵਿਛੋੜਾ ਹੋਇਆ, ਇਹ ਜਨਮਾਂ ਜਨਮਾਤਰਾਂ ਦਾ ਦੁੱਖ ਹੈ। ਜਨਮਾਂ ਜਨਮਾਤਰਾਂ ਦਾ ਮਨੁੱਖਾ ਦੇਹੀ ਜੋ ਪ੍ਰਾਪਤ ਹੈ, ਇਹ ਨਿਰੰਕਾਰ ਦੇ ਨਾਲ ਮੇਲ ਕਰਨ ਦਾ ਇੱਕ ਸਮਾਂ ਹੈ।
ਇੱਕ ਚਾਂਸ ਹੈ, ਇੱਕ ਮੌਕਾ ਹੈ, ਇੱਕ ਵਾਰੀ ਹੈ। ਗੁਰੂ ਰਾਮਦਾਸ ਜੀ ਕਹਿੰਦੇ ਹੁਣ ਤਾਂ ਕਈ ਜਨਮ ਹੋ ਗਏ ਨੇ, ਵਿਛੜਿਆਂ ਦੁੱਖ ਹੀ ਦੁੱਖ ਹੈ, ਇਹ ਮਨੁੱਖ ਫੇ ਨਹੀਂ ਸਮਝਦਾ। ਮਨਮੁਖ ਕਰਮ ਕਰੇ ਅਹੰਕਾਰੀ, ਇਹਦੇ ਸਾਰੇ ਕੰਮ ਜਿਹੜੇ ਹੁੰਦੇ ਨੇ ਹੰਕਾਰ ਦੇ ਸਹਿਤ ਹੁੰਦੇ ਨੇ। ਧਾਰਮਿਕ ਕੰਮ ਕਰਨ ਦੇ ਨਾਲ ਹੀ ਇਹਦੇ ਪੁੰਨ ਵਧਣੇ ਨੇ, ਪਾਪ ਘਟਣੇ ਨੇ, ਪਰ ਧਰਮ ਕਰਮ ਨੂੰ ਹੀ ਇਹ ਹੰਕਾਰ ਦੇ ਸਹਿਤ ਕਰਦਾ। ਸੋ ਜਿਹਦੇ ਨਾਲ ਇਹਦੇ ਪਾਪ ਹੋਰ ਵੱਧ ਜਾਂਦੇ ਨੇ। ਅਚਰ ਨਹੀਂ ਚੜਦਾ, ਅਚਰ ਚਰੈ ਤਾਂ ਸਿੱਧ ਹੋਈ। ਕਾਮਯਾਬੀ ਤਾਂ ਤਦ ਹੀ ਹੈ ਜੇ ਹੰਕਾਰਨ ਵੀ ਚਰ ਜਾਵੇ, ਖਾ ਜਾਵੇ। ਹੰਕਾਰ ਤਾਂ ਖਾਧਾ ਹੀ ਨਹੀਂ ਜਾਂਦਾ, ਹੰਕਾਰ ਇਹਨੂੰ ਖਾਈ ਜਾ ਰਿਹਾ ਹੈ। ਇਸ ਕਰਕੇ ਹੋਰ ਦੁਖੀ ਹੋ ਰਿਹਾ। ਮਹਾਰਾਜ ਕਹਿੰਦੇ ਸਾਧੂ ਪਰਸਤ ਹੀ ਪ੍ਰਭ ਪਾਇਆ, ਗੋਬਿੰਦ ਸ਼ਰਨ ਤੁਮਾਰੀ। ਪੂਰੇ ਗੁਰੂ ਦੇ ਜਦੋਂ ਚਰਨ ਪਰਸੇ, ਪਰਮਾਤਮਾ ਪਰਮੇਸ਼ਰ ਦੀ ਸੋਝੀ ਮਿਲੀ। ਚਰਨ ਕੀਆ ਗੁਰਬਾਣੀ ਦਾ ਗਿਆਨ ਪ੍ਰਾਪਤ ਹੋ ਜਾਣਾ। ਪੂਰਾ ਸਤਿਗੁਰੂ ਗੁਰਬਾਣੀ ਹੈ। ਜਦੋਂ ਗੁਰਬਾਣੀ ਦੀ ਸੋਝੀ ਪਈ, ਫਿਰ ਪੂਰੇ ਗੁਰੂ ਦੇ ਚਰਨ ਸਪਰਸ਼ ਕਰ ਰਹੇ, ਫਿਰ ਰੱਬ ਦੀ ਸੋਝੀ ਪਈ। ਹੁਣ ਜਦੋਂ ਦੀ ਰੱਬ ਦੀ ਸੋਝੀ ਪਈ ਹੈ, ਮਹਿਸੂਸ ਇਹ ਹੋ ਰਿਹਾ ਕਿ ਹਰ ਵਕਤ ਅੱਠੇ ਪੈਰ ਮੈਂ ਤੇਰੀ ਸ਼ਰਨ ਦੇ ਵਿੱਚ ਹਾਂ। ਗੋਬਿੰਦ ਸ਼ਰਨ ਤੁਮਾਰੀ। ਭਾਵ ਉੱਥੇ ਮੈਂ ਖਤਮ ਹੋ ਗਈ, ਉੱਥੇ ਤੂੰ ਹੈ। ਗੁਰਬਾਣੀ ਦੀ ਸੋਝੀ ਪੈ ਗਈ। ਮੈਂ ਖਤਮ, ਤੂੰ। ਜਿੱਥੇ ਤੂੰ ਆ ਉੱਥੇ ਸ਼ਰਨ ਹੈ, ਜਿੱਥੇ ਮੈਂ ਆ ਉੱਥੇ ਸ਼ਰਨ ਨਹੀਂ। ਹੁਣ ਮੈਂ ਖਤਮ ਹੋ ਗਈ, ਹੁਣ ਤੂੰ ਹੀ ਤੂੰ ਹੈ। ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ, ਜਬ ਸਤ ਸੰਗ ਭੈ ਸਾਧੂ ਜਨ, ਹਿਰਦੈ ਮਿਲਿਆ ਸ਼ਾਂਤ ਮੁਰਾਰੀ। ਹੁਣ ਜਦੋਂ ਗੁਰੂ ਦੀ ਸ਼ਰਨ ਪ੍ਰਾਪਤ ਹੈ ਤੇ ਰੱਬ ਦੇ ਨਾਲ ਬੜੀ ਹੀ ਪ੍ਰੀਤ ਪੈ ਗਈ। ਸਭ ਤੋਂ ਪਹਿਲ ਦੇ ਆਧਾਰ ਤੇ ਹੁਣ ਰੱਬ ਹੈ, ਪਰਮਾਤਮਾ ਹੈ, ਬਾਕੀ ਸਭ ਕੁਝ ਦੂਜ ਹੈ। ਸੋ ਜਿਹੜਾ ਮੇਰਾ ਸਾਰਾ ਹੀ ਪਿਆਰ ਜਿਹੜਾ ਉਹ ਰੱਬ ਤੋਂ ਹੀ ਨਿਸ਼ਾਵਰ ਰਿਹਾ। ਕਹਿੰਦੇ ਜਬ ਸਤ ਸੰਗ ਭੈ ਸਾਧੂ ਜਨ, ਹਿਰਦੈ ਮਿਲਿਆ ਸ਼ਾਂਤ ਮੁਰਾਰੀ। ਤੇ ਜਦੋਂ ਗੁਰਮੁਖ ਪਿਆਰਿਆਂ ਦੇ ਨਾਲ ਮਿਲ ਕੇ ਸਤਸੰਗ ਕਰੀਦੀ ਹੈ, ਹਿਰਦੈ ਸ਼ਾਂਤ ਹੋ ਜਾਂਦਾ, ਮਨ ਟਿਕਾ ਵਿੱਚ ਆ ਜਾਂਦਾ। ਤੇ ਜਿਹਨਾਂ ਦੇ ਮਨ ਟਿਕਾ ਦੇ ਵਿੱਚ ਹੁੰਦੇ ਨੇ, ਉੱਥੇ ਰੱਬ ਦਾ ਮੇਲ ਹੁੰਦਾ। ਜੇ ਸਾਡੇ ਮਨਾਂ ਦੇ ਵਿੱਚ ਅਸ਼ਾਂਤੀ ਹੈ, ਟਿਕਾ ਨਹੀਂ ਹੈ, ਫਿਰ ਰੱਬ ਦਾ ਮੇਲ ਨਹੀਂ। ਭਾਵੇਂ ਰੱਬ ਕੋਲ ਹੈ, ਰੱਬ ਤਾਂ ਹੁੰਦਾ ਹੀ ਕੋਲ ਹੈ, ਸੋਝੀ ਨਹੀਂ ਹੈ, ਮੇਲ ਹੀ ਕੋਈ ਨਹੀਂ ਹੈ। ਜਿਨ੍ਹਾਂ ਦੇ ਮਨਾਂ ਦੇ ਵਿੱਚ ਸ਼ਾਂਤੀ ਹੈ, ਮਨ ਦਾ ਟਿਕਾ ਆ, ਉਹਨਾਂ ਦਾ ਫਿਰ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ। ਸ਼ਾਂਤ ਮੁਰਾਰੀ। ਮੁਰਾਰੀ ਹੁੰਦਾ ਹੰਕਾਰ ਦੈਂਤ ਨੂੰ ਮਾਰਨੇ ਵਾਲਾ। ਜਿੰਨਾ ਚਿਰ ਹੰਕਾਰ ਦਾ ਦੈਂਤ ਨਹੀਂ ਮਰਦਾ, ਸਾਡੇ ਅੰਦਰ ਸ਼ਾਂਤੀ ਹੋ ਹੀ ਨਹੀਂ ਸਕਦੀ ਹੈ। ਉਹਦੀ ਸ਼ਰਨ ਵਿੱਚ ਰਹਿਣ ਦੇ ਨਾਲ ਹੰਕਾਰ ਰੂਪੀ ਦੈਂਤ ਮਰਦਾ ਹੈ। ਰਹਾਉ ਤੂੰ ਹਿਰਦੈ ਗੁਪਤ ਵਸੇ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗਵਾਰੀ। ਪਰਮਾਤਮਾ ਪਰਮੇਸ਼ਰ ਹਰ ਇੱਕ ਦੇ ਹਿਰਦੇ ਦੇ ਵਿੱਚ ਰਹਿ ਰਿਹਾ ਹੈ, ਪਰ ਉਹ ਗੁਪਤ ਰੂਪ ਦੇ ਵਿੱਚ ਹੈ। ਗੁਪਤ ਰੂਪ ਦੇ ਵਿੱਚ ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ, ਉਹਨਾਂ ਨੂੰ ਅਨੁਭਵ ਪ੍ਰਕਾਸ਼ ਹੁੰਦਾ। ਉਹਨਾਂ ਨੂੰ ਇਹ ਸੋਝੀ ਮਿਲ ਜਾਂਦੀ ਹੈ ਵੀ ਉਹ ਹਿਰਦੇ ਦੇ ਵਿੱਚ ਹੀ ਹੈ। ਬਾਹਰ ਵੀ ਹੈ, ਇਹ ਨਹੀਂ ਕਹਿ ਸਕਦੇ ਵੀ ਇਕੱਲਾ ਅੰਦਰ ਹੀ ਆ, ਬਾਹਰ ਹੈ ਨਹੀਂ। ਜੇ ਅਸੀਂ ਅੰਦਰੋਂ ਛੱਡ ਕੇ ਬਾਹਰ ਲੱਭਦੇ ਹਾਂ, ਉਹ ਭਰਮ ਹੈ। ਜਿਹੜੀ ਚੀਜ਼ ਇੰਨੀ ਕੋਲ ਹੈ, ਉਹਨੂੰ ਬਾਹਰ ਲੱਭਣ ਦੀ ਕੀ ਲੋੜ ਹੈ? ਜਿਹੜੀ ਚੀਜ਼ ਮੇਰੇ ਕੋਲ ਹੀ ਆ, ਬਾਹਰੋਂ ਲੈਣ ਦੀ ਕੀ ਲੋੜ ਹੈ? ਜਦ ਘਰ ਵਿੱਚ ਹੈ, ਫਿਰ ਬਾਹਰ ਥੋੜ੍ਹੀ ਜਾਣਾ। ਬਾਹਰ ਤਾਂ ਉਹੀ ਜਾਵੇਗਾ ਜਿਹਨੂੰ ਪਤਾ ਨਹੀਂ ਵੀ ਮੇਰੇ ਕੋਲ ਹੈ, ਉਹੀ ਬਾਹਰ ਜਾਵੇਗਾ। ਜਿਹਨੂੰ ਪਤਾ ਮੇਰੇ ਕੋਲ ਹੈ, ਉਹ ਬਾਹਰ ਕਿਉਂ ਜਾਵੇਗਾ? ਜਾਵੇਗਾ ਨਹੀਂ ਬਾਹਰ। ਇਹਦਾ ਮਤਲਬ ਇਹ ਨਹੀਂ ਵੀ ਬਾਹਰ ਹੈ ਨਹੀਂ,
ਮਹਾਰਾਜ ਕਹਿੰਦੇ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕਹੈ ਸੰਗ। ਘਰ ਵੀ ਹੈ ਬਾਹਰ ਵੀ ਹੈ, ਹਰੇਕ ਜਗ੍ਹਾ ਤੇ ਮੌਜੂਦ ਹੈ। ਪਰ ਜਦੋਂ ਲੱਭਣ ਦੀ ਗੱਲ ਆ ਜਾਂਦੀ ਹੈ ਵੀ ਜਦ ਕੋਲ ਹੈ ਫਿਰ ਬਾਹਰ ਕਿਉਂ ਲੱਭੀਏ, ਉਦੋਂ ਫਿਰ ਇਹ ਗੱਲ ਹੈ। ਸੋ ਜਦ ਉਹ ਅੰਦਰ ਹੈ, ਪਰ ਅੰਦਰ ਉਹ ਗੁਪਤ ਰੂਪ ਦੇ ਵਿੱਚ ਵਰਤਦਾ ਔਰ ਦਿਨ ਰਾਤ ਵਰਤਦਾ। ਅਸੀਂ ਉਸ ਦੇ ਪਿਆਰ ਨੂੰ ਸਮਝਦੇ ਹੀ ਨਹੀਂ ਹੈ। ਭਾਉ ਨਾ ਬੁੱਝ ਹੈ ਉਹਦਾ ਪਿਆਰ। ਉਹਦਾ ਪਿਆਰ ਸਾਡੇ ਨਾਲ ਇੰਨਾ ਆ ਵੀ ਸਾਨੂੰ ਕਦੀ ਭੁੱਖਾ ਨਹੀਂ ਰਹਿਣ ਦਿੰਦਾ ਜੀ, ਸਾਨੂੰ ਕਦੀ ਮੁਸੀਬਤ ਵਿੱਚ ਫਸਣ ਨਹੀਂ ਦਿੰਦਾ, ਕੱਢ ਦਿੰਦਾ। ਵਿਦਾ ਵੀ ਉਹ ਬਣਾਉਂਦਾ। ਉਹ ਤਾਂ ਹੁਣ ਕਰਮ ਸਾਡੇ ਐਸੇ ਹੁੰਦੇ ਨੇ ਅਸੀਂ ਮੁਸੀਬਤ 'ਚ ਫਸ ਜਾਂਦੇ, ਕਰਮ ਜੋ ਮਾੜੇ ਹੁੰਦੇ ਨੇ, ਪਰ ਫਿਰ ਵੀ ਪ੍ਰਮਾਤਮਾ ਆਪਣੇ ਬਿਰਧ ਦੀ ਪਹਿਚਾਣ ਕਰਦਾ, ਸਾਨੂੰ ਵੱਡੀ ਤੋਂ ਵੱਡੀ ਮੁਸੀਬਤ ਦੇ ਵਿੱਚੋਂ ਬਾਂਹ ਫੜ ਕੇ ਕੱਢ ਲੈਂਦਾ ਜੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੋ ਕਹਿੰਦੇ ਇਹਦਾ ਮਤਲਬ ਸਾਡੇ ਨਾਲ ਪਿਆਰ ਕਰਦਾ। ਜਿਹੜੇ ਮਾਂ ਬਾਪ ਆਪਣੀ ਔਲਾਦ ਨਾਲ ਪਿਆਰ ਕਰਦੇ ਨੇ, ਇਵੇਂ ਸਾਡੇ ਨਾਲ ਪਿਆਰ ਕਰਦੇ। ਅਸੀਂ ਉਹਦੇ ਪਿਆਰ ਨੂੰ ਬੁੱਝਦੇ ਹੀ ਨਹੀਂ। ਸਾਰੀ ਜ਼ਿੰਦਗੀ ਕੋਈ ਕਿਸੇ ਨੂੰ ਰੋਟੀ ਨਹੀਂ ਦੇ ਸਕਦਾ, ਸਾਰੀ ਜ਼ਿੰਦਗੀ, ਤੇ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਆ ਉਹੀ ਉਹ ਦਿੰਦਾ ਹੈ। ਸਾਡੇ ਅਵਗੁਣ ਵੀ ਵੇਖਦਾ, ਮਾੜੇ ਕਰਮ ਵੀ ਵੇਖਦਾ, ਪਰ ਦਾਤਾਂ ਦੇਣ ਤੋਂ ਨਹੀਂ ਪਿੱਛੇ ਹਟਦਾ, ਦਾਤਾਂ ਦੇਣ ਤੋਂ ਨਹੀਂ ਥੱਕਦਾ। ਫਿਰ ਉਹਦਾ ਪਿਆਰ ਕਿੱਡਾ ਵੱਡਾ ਹੋਵੇਗਾ, ਚਾਹੇ ਅਸੀਂ ਉਹਨੂੰ ਯਾਦ ਕਰੀਏ ਚਾਹੇ ਨਾ ਕਰੀਏ। ਸੋ ਸਾਰੇ ਥੋੜ੍ਹੀ ਉਹਨੂੰ ਯਾਦ ਕਰਦੇ ਨੇ। ਬੜੇ ਨੇ ਜਿਹੜੇ ਉਲਾਂਭੇ ਦਿੰਦੇ ਨੇ, ਰੋਸ ਕਰਦੇ ਨੇ, ਕਈ ਕਹਿੰਦੇ ਤੂੰ ਹੈ ਹੀ ਨਹੀਂ, ਤੂੰ ਬਿਲਕੁਲ ਹੀ ਹੈ ਨਹੀਂ। ਇੱਦਾਂ ਦੀ ਗੱਲਾਂ ਕਰਨ ਵਾਲੇ ਵੀ ਬੜੇ ਨੇ। ਜਿਹੜੇ ਇਹਨੂੰ ਯਾਦ ਕਰਨੇ ਵਾਲੇ ਨੇ ਉਹ ਵੀ ਨਿਸ਼ਕਾਮ ਹੋ ਕੇ ਯਾਦ ਨਹੀਂ ਕਰਦੇ, ਮਤਲਬ ਲਈ ਯਾਦ ਕਰਦੇ ਆ। ਕੋਈ 1% ਹੋਣਗੇ ਐਸੇ ਗੁਰਮੁਖ ਪਿਆਰੇ ਜਿਹੜੇ ਕਹਿੰਦੇ ਦਾਤਾ ਬਹੁਤ ਕੁਝ ਚ ਦਿੱਤਾ ਹੋਇਆ, ਕੁਝ ਨਹੀਂ ਚਾਹੀਦਾ, ਤੂੰ ਚਾਹੀਦਾ। 1% ਹੈ, 100 ਪਿੱਛੇ 1। ਮਹਾਰਾਜ ਕਹਿੰਦੇ ਕੋਟ ਵਧੇ ਕੋ ਵਿਰਲਾ ਸੇਵਕ, ਕਰੋੜ 'ਚ 1 ਕਹਿੰਦੇ ਸੱਚੇ ਪਾਤਸ਼ਾਹ, ਕਰੋੜ 'ਚੋਂ 1 ਹੈ। ਕਰੋੜਾਂ ਦੇ ਵਿੱਚੋਂ ਕੋਈ 1 ਆ। ਸੋ ਜਿਹੜਾ ਕਹਿੰਦਾ ਕਿ ਬਹੁਤ ਕੁਝ ਹੈ, ਤੂੰ ਬੜਾ ਕੁਝ ਦਿੱਤਾ, ਬਸ ਜੇ ਚਾਹੀਦਾ ਤੇਰੀ ਬੰਦਗੀ ਚਾਹੀਦੀ, ਹੋਰ ਕੁਝ ਨਹੀਂ ਚਾਹੀਦਾ। ਵੀ ਤੂੰ ਤਾਂ ਮੇਰੇ ਨਾਲ ਪਿਆਰ ਕਰਦਾ, ਮੈਂ ਤੇਰੇ ਪਿਆਰ ਨੂੰ ਸਮਝਦਾ ਨਹੀਂ ਆ, ਮੈਨੂੰ ਆਪਣੇ ਪਿਆਰ ਦੀ ਸੋਝੀ ਦੇ ਦੇ। ਮੈਨੂੰ ਜਿਵੇਂ ਤੂੰ ਪਿਆਰ ਕਰਦਾ ਮੈਂ ਵੀ ਤੇਰੇ ਨਾਲ ਪਿਆਰ ਕਰਾਂ, ਮੈਨੂੰ ਇਹ ਸੋਝੀ ਦੇ ਦੇ। ਜੇ ਨਹੀਂ ਅਸੀਂ ਇਸ ਪਿਆਰ ਨੂੰ ਬੁੱਝਦੇ ਤੇ ਮਹਾਰਾਜ ਨੇ ਫਿਰ ਸ਼ਬਦ ਵਰਤਿਆ ਸਾਡੇ ਲਈ ਗਵਾਰ। ਕਹਿੰਦੇ ਜਿਹੜੇ ਰੱਬ ਦੇ ਪ੍ਰਮਾਤਮਾ ਦੇ ਪਿਆਰ ਨੂੰ ਨਹੀਂ ਜਾਣਦੇ ਉਹ ਗਵਾਰੀ ਨੇ, ਅਸਲ 'ਚ ਅਨਪੜ੍ਹ ਨੇ। ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੈ ਗੁਣ ਵਿਚਾਰੀ। ਜਿਨ੍ਹਾਂ ਦਾ ਮੇਲ ਪੂਰੇ ਸਤਿਗੁਰੂ ਜੀ ਦੇ ਨਾਲ ਹੋ ਜਾਂਦਾ ਹੈ, ਉਹ ਪੂਰਾ ਸਤਿਗੁਰੂ ਫਿਰ ਉਹਨੂੰ ਬਾਣੀ ਪੜ੍ਹਨ ਲਾਉਂਦਾ, ਨਾਮ ਜਪਾਉਂਦਾ, ਬਾਣੀ ਦੀ ਸੋਝੀ ਦਿੰਦਾ, ਚੰਗੇ ਕੰਮ ਕਰਾਉਂਦਾ, ਮਾੜੇ ਕੰਮਾਂ ਤੋਂ ਤੋਬਾ ਕਰਾਉਂਦਾ, ਮਾੜੇ ਕੰਮ ਛੁਡਾ ਦਿੰਦਾ ਵੀ ਇਹ ਨਹੀਂ ਕਰਨਾ। ਚੰਗਿਆਂ ਲਈ ਉਤਸ਼ਾਹਿਤ ਕਰਦੇ ਨੇ ਪੂਰੇ ਸਤਿਗੁਰੂ, ਚੰਗਾ ਕਰੋ। ਚੰਗਾ ਬੋਲਣ ਲਈ ਪ੍ਰੇਰਿਤ ਕਰਦੇ ਨੇ, ਮਾੜੇ ਬੋਲ ਬੋਲਣ ਤੋਂ ਕਹਿੰਦੇ ਕਿਨਾਰਾ ਕਰੋ, ਇੱਕ ਫਿੱਕਾ ਨਾ ਲਾਏ, ਇੱਕ ਫਿੱਕਾ ਵੀ ਬੋਲ ਨਹੀਂ ਬੋਲਣਾ। ਵਿਕਾਰਾਂ ਦਾ ਤਿਆਗ ਕਰਨ ਲਈ ਕਹਿੰਦੇ ਨੇ, ਤਿਆਗ ਨਾ ਤਿਆਗ ਨਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗ ਨਾ। ਇੰਝ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਿਨ ਰਾਤ ਅਧਿਆਤਮਕ ਪੜ੍ਹਾਈ ਪੜ੍ਹਾਉਂਦੇ ਨੇ ਪੂਰੇ ਸਤਿਗੁਰੂ ਜੀ। ਜਦੋਂ ਇਹ ਪੂਰੇ ਸਤਿਗੁਰੂ ਜੀ ਪਾਸੋਂ ਸੋ ਪੂਰੀ ਪੜ੍ਹਾਈ ਪੜ੍ਹ ਲੈਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਪ੍ਰਭੂ ਪ੍ਰਗਟਿਆ। ਫਿਰ ਜਾ ਕੇ ਹਿਰਦੇ ਦੇ ਵਿੱਚੋਂ ਰੱਬ ਜਿਹੜਾ ਪ੍ਰਗਟ ਹੁੰਦਾ ਹੈ। ਗੁਣ ਗਾਵੈ ਗੁਣ ਵਿਚਾਰੀ, ਜਿਨ੍ਹਾਂ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਦਾ ਪ੍ਰਗਟਾ ਹੁੰਦਾ ਹੈ, ਉਹ 8 ਪੈਰ ਪ੍ਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਤੇ ਵਿਚਾਰ ਕੇ ਕਰਦਾ। ਰੱਬ ਦੇ ਗੁਣ ਕੇ ਗਾਉਂਦਾ ਆ ਤੇ ਆਪਣੇ ਆਪ ਨੂੰ ਵਿਚਾਰ ਤਾਂ ਆਪਣੇ ਆਪ ਦੀ ਕਰਨੀ, ਰੱਬ ਦੀ ਕੀ ਵਿਚਾਰ ਕਰਨੀ। ਰੱਬ ਤਾਂ ਪਸਰਿਆ ਹੋਇਆ, ਸਾਰੇ ਪਾਸੇ ਹਾਜ਼ਰ ਨਾਜ਼ਰ ਹੈ। ਵਿਚਾਰ ਤਾਂ ਆਪਣੀ ਕਰਨੀ ਵੀ ਜੋ ਸਤਿਗੁਰੂ ਜੀ ਕਹਿ ਰਹੇ ਨੇ ਕਿ ਮੇਰਾ ਜੀਵਨ ਉਹ ਸੰਸਾਰ ਹੈ ਜਾਂ ਨਹੀਂ, ਆਹ ਵਿਚਾਰ ਕਰਨੀ ਬਸ। ਕੋਈ ਮਾੜਾ ਲੇਖ ਨਾ ਲਿਖਿਆ ਜਾਵੇ, ਚੰਗਾ ਲੇਖ ਲਿਖਿਆ ਜਾਵੇ, ਮਾੜਾ ਫੁਰਨਾ ਨਾ ਪੈਦਾ ਹੋਵੇ।
ਸੋ ਇਹ ਵਿੱਚ ਇਹੀ ਵਿਚਾਰਾਂ ਨੇ। ਦਰਗਾਹ ਦੇ ਲੇਖੇ ਹੋਰ ਕੀ ਹੈ? ਆਹ ਲੇਖੇ ਥੋੜੀ ਵੀ ਹਾਂ ਵੀ ਕਿੰਨੀ ਜ਼ਮੀਨ ਜਾਇਦਾਦ ਧਨ ਦੌਲਤ, ਤਾਂ ਲਿਖਿਆ ਹੀ ਹੈ ਨਹੀਂ ਦਰਗਾਹ ਦੇ ਵਿੱਚ। ਕੀ ਚੰਗਾ ਕੀ ਮਾੜਾ ਆਹ ਲਿਖਾ ਹੈ, ਆਹ ਲਿਖਾ ਹੈ। ਉਹਦੇ ਅਮੀਰੀ ਦਾ ਗਰੀਬੀ ਦਾ, ਉੱਚੀ ਜਾਤ ਨੀਵੀਂ ਜਾਤ, ਕਿਹੜਾ ਧਰਮ ਕਿਹੜੀ ਜਾਤ, ਕੁਝ ਨਹੀਂ ਹੈ ਮਹਾਰਾਜ ਕਹਿੰਦੇ। ਸੋ ਉੱਥੇ ਤਾਂ ਚੰਗਾ ਤੇ ਮਾੜੀ ਦੀ ਗੱਲ ਹੈ ਬਸ, ਵੀ ਜੋ ਚੰਗਾ ਆ, ਜੋ ਚੰਗਾ ਕੀਤਾ ਆ ਸੋ ਉਹ ਲੇਖੇ ਵਿੱਚ ਆ, ਮਾੜਾ ਕੀਤਾ ਆ ਉਹਦੇ ਨਾਲ ਇਹਦਾ ਸੋ ਲੇਖਾ ਹੋਰ ਵੱਧ ਜਾਂਦਾ। ਫਿਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਿਰਪਾ ਕਰਦੇ ਨੇ, ਕਹਿੰਦੇ ਜਦੋਂ ਅਕਾਲ ਪੁਰਖ ਪ੍ਰਮਾਤਮਾ ਅੰਦਰ ਪ੍ਰਗਟ ਹੁੰਦਾ ਫਿਰ ਇਹ ਰੱਬੀ ਗੁਣ ਗਾਉਂਦਾ ਹੈ ਤੇ ਰੱਬੀ ਗੁਣਾਂ ਦੇ ਵਿੱਚ ਆਪਣੇ ਆਪ ਨੂੰ ਵਿਚਾਰਦਾ ਕਿ ਜੋ ਪ੍ਰਮਾਤਮਾ ਦੇ ਗੁਣ ਨੇ ਵੀ ਮੈਂ ਕਿੱਥੇ ਖੜਾ, ਮੈਂ ਕਿੱਥੇ ਖੜਾ, ਆਪਣੇ ਆਪ ਨੂੰ ਫਿਰ ਤੋਲਦਾ। ਗੁਰਮੁਖ ਪਰਗਾਸ ਭਇਆ ਸ਼ਾਂਤ ਆਈ, ਦੁਰਮਤ ਬੁੱਧ ਨਿਵਾਰੀ। ਗੁਰੂ ਦੇ ਦੁਆਰਾ ਹੀ ਅੰਦਰ ਪ੍ਰਕਾਸ਼ ਹੁੰਦਾ, ਗੁਰਬਾਣੀ ਦਾ ਸੋਝੀ ਪੈਂਦੀ ਹੈ। ਜਦੋਂ ਗੁਰਬਾਣੀ ਦਾ ਗੁਰੂ ਦੀ ਕਿਰਪਾ ਦੇ ਨਾਲ ਪ੍ਰਕਾਸ਼ ਹੋਇਆ ਤੇ ਮਨ ਬਿਲਕੁਲ ਸ਼ਾਂਤ ਹੋ ਗਿਆ, ਫੇਰ ਸ਼ਾਂਤੀ ਵਰਤੀ। ਜਿਹੜੀ ਦੁਰਮਤ ਮਾੜੀ ਬੁੱਧ ਸੀ, ਜਿਹੜੀ ਦੁਰਮਤ ਬੁੱਧ ਨਿਵਾਰੀ, ਉਹ ਤੋਂ ਨਿਜਾਤ ਮਿਲ ਗਈ, ਛੁਟਕਾਰਾ ਮਿਲ ਗਿਆ। ਮਾੜੀ ਮੱਤ ਜਿਹੜੀ ਸੀ ਉਹ ਖਤਮ ਹੋ ਗਈ। ਕਹਿੰਦੇ ਜਿਨ੍ਹਾਂ ਦੇ ਅੰਦਰ ਮਾੜੀ ਮੱਤ ਹੈ ਤੇ ਉਹਨਾਂ ਦਾ ਜਿਹੜਾ ਮਨ ਆ ਉਹ ਕਦੀ ਬੰਦਗੀ 'ਚ ਨਹੀਂ ਲੱਗਦਾ, ਪੁੱਠਾ ਹੀ ਸੋਚਦਾ। ਜਿਨ੍ਹਾਂ ਦੀ ਮੱਤ ਚੰਗੀ ਉਹਨਾਂ ਦਾ ਮੱਤ ਜਿਹੜਾ ਚੰਗਾ ਮਨ ਚੰਗਾ ਸੋਚਦਾ, ਮਨ ਬਾਣੀ ਵਾਲੇ ਪਾਸੇ ਲੱਗ ਜਾਂਦਾ ਹੈ। ਕਹਿੰਦੇ ਦੁਰਮਤ ਬੁੱਧ ਨਿਵਾਰੀ, ਮਾੜੀ ਮੱਤ ਖਤਮ ਹੋ ਗਈ। ਆਤਮ ਬ੍ਰਹਮ ਚੀਨ ਸੁਖ ਪਾਇਆ, ਸਤ ਸੰਗਤ ਪੁਰਖ ਤੁਮਾਰੀ। ਅੰਦਰ ਬ੍ਰਹਮ ਨੂੰ ਜਿਨ੍ਹਾਂ ਨੇ ਜਾਣਿਆ, ਬ੍ਰਹਮ ਤਾਂ ਸਾਰਿਆਂ ਦੇ ਅੰਦਰ ਹੈ ਪਰ ਜਾਣਨੇ ਵਾਲੇ ਘੱਟ ਨੇ। ਜਿਨ੍ਹਾਂ ਨੇ ਗੁਰਬਾਣੀ ਦੁਆਰਾ ਅੰਦਰ ਬ੍ਰਹਮ ਨੂੰ ਸਮਝ ਲਿਆ, ਜਾਣ ਲਿਆ, ਸੁਖ ਉਹਨਾਂ ਨੂੰ ਪ੍ਰਾਪਤ ਹੋਇਆ। ਸਤ ਸੰਗਤ ਪੁਰਖ ਤੁਮਾਰੀ, ਹੇ ਸਤਿਗੁਰੂ ਜੀ ਉਹ ਹਰ ਵਕਤ ਤੇਰੀ ਸਤ ਸੰਗਤ ਕਰਦੇ, ਤੇਰੇ ਸਤ ਸੰਗੀਆਂ ਦੇ ਨਾਲ ਮਿਲੇ ਰਹਿੰਦੇ ਨੇ। ਹੁਣ ਜੇ ਵੀ ਬ੍ਰਹਮ ਦੀ ਸੋਝੀ ਕਿੱਦਾਂ ਆਉਂਦੀ? ਮਹਾਰਾਜ ਕਹਿੰਦੇ ਜਿਹੜੇ ਤੇਰੀ ਸਤ ਸੰਗਤ ਕਰਦੇ ਨੇ, ਸਤ ਸੰਗਤ ਪੁਰਖ ਤੁਮਾਰੀ, ਜਿਹੜੇ ਹਰ ਵਕਤ ਤੇਰੀ ਸੰਗਤ ਵਿੱਚ ਰਹਿੰਦੇ ਨੇ, ਉਹਨਾਂ ਨੂੰ ਆਪਣੇ ਅੰਦਰ ਬ੍ਰਹਮ ਦੀ ਸੋਝੀ ਆਉਂਦੀ ਹੈ। ਪੁਰਖ ਪੁਰਖ ਮਿਲਿਆ ਗੁਰ ਪਾਇਆ, ਜਿਨ ਕੋ ਕਿਰਪਾ ਭਈ ਤੁਮਾਰੀ। ਅਕਾਲ ਪੁਰਖ ਪਰਮਾਤਮਾ ਦੇ ਨਾਲ ਮੇਲ ਉਹਨਾਂ ਦਾ ਹੁੰਦਾ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਅਕਾਲ ਪੁਰਖ ਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਭਿੰਨ ਨਹੀਂ, ਕੋਈ ਭੇਦ ਨਹੀਂ, ਫਰਕ ਨਹੀਂ ਹੈ। ਗੁਰ ਪਰਮੇਸ਼ਰ ਇੱਕੋ ਜਾਨ ਹੈ। ਸੋ ਪੁਰਖ ਮਿਲਿਆ ਗੁਰ ਪਾਇਆ। ਸੋ ਜਿਸ ਅਕਾਲ ਪੁਰਖ ਨੇ ਸਾਰਿਆਂ ਨੂੰ ਪੈਦਾ ਕੀਤਾ ਹੋਇਆ, ਨਰਕਾਂ ਤੋਂ ਰੱਖਿਆ ਕਰਨੇ ਵਾਲਾ, ਉਹ ਅਕਾਲ ਪੁਰਖ ਗੁਰੂ ਦੁਆਰਾ ਜਦੋਂ ਪ੍ਰਾਪਤ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਸਮਝ ਲਓ ਵੀ ਉਹਨਾਂ ਤੇ ਸਤਿਗੁਰਾਂ ਦੀ ਅਤਿਅੰਤ ਕਿਰਪਾ ਵਰਤੀ ਹੈ। ਜਿਨ ਕੋ ਕਿਰਪਾ ਪਈ ਤੁਮਾਰੀ, ਜਿਨ੍ਹਾਂ ਤੇ ਕਿਰਪਾ ਹੋਈ ਉਹਨਾਂ ਦਾ ਮੇਲ ਗੁਰੂ ਨਾਲ ਹੋਇਆ, ਫਿਰ ਗੁਰੂ ਦੀ ਰਹਿਮਤ ਹੋਈ, ਉਹਨਾਂ ਦਾ ਮੇਲ ਅਕਾਲ ਪੁਰਖ ਨਾਲ ਹੋਇਆ। ਕਹਿੰਦੇ ਨਾਨਕੇ ਅਤੁਲ ਸਹਿਜ ਸੁਖ ਪਾਇਆ, ਅਨ ਦਿਨ ਜਾਗਤ ਰਹਿ ਬਨਵਾਰੀ। ਸੋ ਬਨਵਾਰੀ ਕੌਣ ਹੈ? ਬਨਵਾਰੀ ਰੱਬ ਹੈ, ਸੰਸਾਰ ਰੂਪ ਬਾਗ ਦਾ ਮਾਲੀ, ਸੰਸਾਰ ਰੂਪ ਬਗੀਚੇ ਦਾ ਮਾਲੀ ਜਿਹੜਾ ਬਨਵਾਰੀ ਹੈ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਦਿਨ ਰਾਤ ਫਿਰ ਉਹ ਪਾਰ ਬ੍ਰਹਮ ਪਰਮੇਸ਼ਰ ਦੀ ਯਾਦ ਦੇ ਵਿੱਚ ਰਹਿੰਦੇ ਨੇ ਜਿਹੜੇ ਭਗਤ ਜਨ ਨੇ। ਬਸ ਉਹ ਯਾਦ ਹੀ ਸਾਰੇ ਦੁੱਖਾਂ ਨੂੰ ਦੂਰ ਕਰਦੀ ਹੈ। ਯਾਦ ਦੇ ਨਾਲ ਹੀ ਅਧਿਆਤਮਿਕ ਸੁੱਖ ਜਿਹੜੇ ਨੇ ਪ੍ਰਾਪਤ ਹੋ ਜਾਂਦੇ ਨੇ। ਸੋ ਦੁੱਖਾਂ ਦੀਆਂ ਪੰਡਾਂ ਲੈ ਜਾਂਦੀਆਂ, ਦੁੱਖਾਂ ਦੇ ਡੇਰੇ ਸਾਰੇ ਭੱਜ ਜਾਂਦੇ ਨੇ। ਉਹਦੀ ਯਾਦ ਵਿੱਚ ਏਡਾ ਬਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗਰੀਬ ਨਵਾਜ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ।
ਸਤਿਗੁਰੂ ਜੀ ਕਿਰਪਾ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਖੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੁ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਆ ਮਨੋ ਵਿਸਾਰੇ। ਕਹਿ ਨਾਨਕ ਮਾਨੋ ਮੇਰੀ, ਸਦਾ ਰਹੋ ਹਰ ਨਾਲੇ। ਸਾਚੇ ਸਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ। ਜਿਸ ਤੇ ਸੋ ਪਾਵੇਂ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਨੂੰ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਉਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨੈ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ, ਕਾਲਾ ਜਿਤ ਕਰਤਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੁਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆਂ ਪਰ ਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਪਰ ਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਾ ਤੇਰੀ ਦਾਸ। ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕਨੇ। ਕੋਈ ਨ ਜਾਣੇ ਤੁਮ ਆਏ, ਨੀਚੇ ਤੇ ਉਚਾ। ਸਗਲ ਸੁਖੀ ਤੁਮਰੇ ਸੂਤਰ ਧਾਰੀ। ਤੁਮ ਤੇ ਹੋਏ ਸਵਾਗਿਆ ਕਾਰੀ, ਤੁਮਰੀ ਬਾਤ ਮਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਬੋਲੋ ਜੀ ਵਾਹਿਗੁਰੂ ਨਾਨਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਕਰਤ ਨਗਾਤੀ ਸਰ ਕੈ ਗੁਰਨਾਮ ਨੇ ਧਿਆਏ। ਗੁਰੂ ਦਾ ਸਰਾਪ ਦਾ ਸ਼ਬਦ ਸਮਝ। ਅਜ ਨਾ ਗੋਬਿੰਦ ਨੂੰ